ਹੈਲੋ ਸਟੂਡੈਂਟਸ, ਉਮੀਦ ਹੈ ਸਾਰੇ ਜਣੇ ਤੁਸੀਂ ਠੀਕ ਹੋਵੋਗੇ ਬੇਟਾ। ਸਵਾਗਤ ਹੈ ਤੁਹਾਡਾ ਨੈਕਸਟ ਕਲਾਸ ਦੇ ਵਿੱਚ। ਇਸ ਤੋਂ ਪਹਿਲਾਂ ਆਪਾਂ ਨੇ ਤੁਹਾਨੂੰ ਆਪਣਾ ਟੌਪਿਕ ਕੀਤਾ ਸੀ ਡਿਫਰੈਕਸ਼ਨ ਆਫ ਲਾਈਟ। ਉਸ ਤੋਂ ਬਾਅਦ ਸਾਡੇ ਕੋਲ ਅਗਲਾ ਟੌਪਿਕ ਹੈਗਾ ਕਨਸੈਪਟ ਆਫ ਰਿਜ਼ੋਲਵਿੰਗ ਪਾਵਰ। ਕਨਸੈਪਟ ਆਫ ਰਿਜ਼ੋਲਵਿੰਗ ਪਾਵਰ। ਰਿਜ਼ੋਲਵਿੰਗ ਪਾਵਰ ਦਾ ਕੀ ਮਤਲਬ ਹੁੰਦਾ ਹੈ? ਇਹਦੀ ਜਿਹੜੀ ਡੈਫੀਨੇਸ਼ਨ ਆਪਾਂ ਨੂੰ ਦਿੱਤੀ ਹੋਈ ਹੈ, resolving power of an optical instrument is the power or ability of the instrument to produce distinctly separate images of two close object। ਹੁਣ ਆਪਣੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਆਪਟੀਕਲ ਇੰਸਟਰੂਮੈਂਟ ਨੇ। ਮਾਈਕਰੋਸਕੋਪ ਹੈ, ਟੈਲੀਸਕੋਪ ਹੈ। ਮਾਈਕਰੋਸਕੋਪ ਨਾਲ ਆਪਾਂ ਛੋਟੀ ਚੀਜ਼ਾਂ ਨੂੰ ਵੱਡਾ ਕਰਕੇ ਦੇਖਦੇ ਹਾਂ ਅਤੇ ਟੈਲੀਸਕੋਪ ਨਾਲ ਆਪਾਂ ਦੂਰ ਦੀਆਂ ਚੀਜ਼ਾਂ ਨੂੰ ਨੇੜੇ ਕਰਕੇ ਦੇਖਦੇ ਹਾਂ। ਤਾਂ ਰਿਜ਼ੋਲਵਿੰਗ ਪਾਵਰ ਕੀ ਹੈ? ਅਬਿਲਿਟੀ ਹੈ, ਇੱਕ ਮਤਲਬ ਉਹਦੀ ਯੋਗਤਾ ਹੈਗੀ ਹੈ ਇੰਸਟਰੂਮੈਂਟ ਦੀ, ਚਾਹੇ ਉਹ ਮਾਈਕਰੋਸਕੋਪ ਹੈ ਚਾਹੇ ਟੈਲੀਸਕੋਪ ਹੈ, ਅੱਗੇ ਕਰਾਂਗੇ ਆਪਾਂ ਅਲੱਗ-ਅਲੱਗ, ਜਿਹਦੇ ਨਾਲ ਉਹ ਦੋ ਜੋ ਕਿ ਵੈਰੀ ਕਲੋਜ਼ ਆਬਜੈਕਟ ਨੇ, ਬਹੁਤ ਨੇੜੇ ਪਏ ਨੇ, ਜਿਹਨੂੰ ਆਪਾਂ ਨੰਗੀ ਅੱਖ ਨਾਲ ਦੋ ਅਲੱਗ-ਅਲੱਗ ਨਜ਼ਰ ਨਹੀਂ ਆਉਂਦੇ, ਪਰ ਜਦੋਂ ਆਪਾਂ ਇੰਸਟਰੂਮੈਂਟ ਦੇ ਥਰੂ ਦੇਖਾਂਗੇ ਤਾਂ ਫਿਰ ਉਹ ਅਲੱਗ-ਅਲੱਗ ਨਜ਼ਰ ਆਉਣਗੇ। ਤਾਂ ਉਹਨਾਂ ਦੀ ਜਿਹੜੀ ਅਬਿਲਿਟੀ ਹੈ ਵੀ ਕਿੰਨੀਆਂ ਨੇੜੇ ਪਈਆਂ ਚੀਜ਼ਾਂ ਨੂੰ ਅਲੱਗ-ਅਲੱਗ ਦਿਖਾ ਸਕਦੇ ਨੇ। ਹੁਣ ਕੁਛ ਇੰਸਟਰੂਮੈਂਟ ਨੇ ਜਿਹੜੇ ਚੀਜ਼ਾਂ ਵੈਸੇ ਦੂਰ ਹੁੰਦੀਆਂ ਨੇ, ਠੀਕ ਹੈ, ਜਾਂ ਆਪਾਂ ਕਹਿੰਦੇ ਵੀ ਵੱਧ ਦੂਰ ਚੀਜ਼ਾਂ ਨੂੰ ਅਲੱਗ-ਅਲੱਗ ਦਿਖਾਉਂਦੇ ਨੇ। ਜੇ ਊਂ ਦੇਖੀਏ ਆਪਾਂ ਤਾਂ ਨੇੜੇ ਇੱਕ ਦਿਖਣਗੀਆਂ ਨੰਗੀ ਅੱਖ ਨਾਲ। ਕੁਛ ਇੰਸਟਰੂਮੈਂਟ ਇਹੋ ਜਿਹੇ ਨੇ ਕਿ ਉਹ ਬਹੁਤ ਨੇੜੇ ਪਈਆਂ ਨੇ ਚੀਜ਼ਾਂ, ਉਹਨਾਂ ਨੂੰ ਵੀ ਅਲੱਗ-ਅਲੱਗ ਦਿਖਾ ਸਕਦੇ ਨੇ, ਠੀਕ ਹੈ। ਅਤੇ ਜਿਹੜੇ ਜਿੰਨੇ ਜ਼ਿਆਦਾ ਨੇੜੇ ਪਈਆਂ ਚੀਜ਼ਾਂ ਨੂੰ ਅਲੱਗ ਕਰਕੇ ਦਿਖਾਉਣਗੇ, ਡਿਸਟਿੰਕਟ ਕਰਕੇ ਦਿਖਾਉਣਗੇ, ਸੈਪਰੇਟ ਕਰਕੇ ਦਿਖਾਉਣਗੇ, ਉਨੀ ਹੀ ਉਹਦੀ ਰਿਜ਼ੋਲਵਿੰਗ ਪਾਵਰ ਕੀ ਹੋਊਗੀ? ਜ਼ਿਆਦਾ ਹੋਊਗੀ। ਸੋ ਇਟ ਇਜ਼ ਦ ਅਬਿਲਿਟੀ ਆਫ ਏ ਇੰਸਟਰੂਮੈਂਟ ਟੂ ਰਿਜ਼ੋਲਵ ਔਰ ਟੂ ਸੀ ਐਜ਼ ਸੈਪਰੇਟ, ਵੀ ਚੀਜ਼ਾਂ ਨੂੰ ਅਲੱਗ ਕਰਕੇ ਦਿਖਾਉਣਾ ਜੋ ਕਿ ਨੋਰਮਲੀ ਸਾਨੂੰ ਅਲੱਗ ਨਹੀਂ ਦਿਖਦੀਆਂ। ਦ ਇਮੇਜਿਸ ਆਫ ਦ ਟੂ ਕਲੋਜ਼ ਆਬਜੈਕਟ। ਵੈਨ two objects are placed very close to each other, every optical instrument has its own limit up to which it can produce distinctly separate images of these object। ਕਿ ਜਦੋਂ ਚੀਜ਼ਾਂ ਬਹੁਤ ਨੇੜੇ ਪਈਆਂ ਹੁੰਦੀਆਂ ਨੇ ਤਾਂ ਅਲੱਗ-ਅਲੱਗ ਇੰਸਟਰੂਮੈਂਟ ਦੀ ਕਪੈਸਿਟੀ ਅਲੱਗ-ਅਲੱਗ ਹੁੰਦੀ ਹੈ। ਕੋਈ ਉਹਨਾਂ ਨੂੰ ਅਲੱਗ ਕਰਕੇ ਦਿਖਾ ਸਕਦੀ ਹੈ, ਕੋਈ ਨਹੀਂ ਦਿਖਾ ਸਕਦੀ। ਅਕੋਰਡਿੰਗ ਟੂ ਰੇਲੇ ਇੱਕ ਸਾਇੰਟਿਸਟ ਨੇ, ਉਹਨਾਂ ਦਾ ਨਾਮ ਹੈ, 2 point object A and B will be just resolved। ਵੀ ਆਪਾਂ ਨੂੰ ਕਹਾਂਗੇ ਕਿ 2 ਪੁਆਇੰਟ ਨੇ, ਮੰਨ ਲਓ ਵੀ ਉਹ ਜਸਟ ਰਿਜ਼ੋਲਵ ਨੇ ਵੈਨ ਸੈਂਟਰ ਮੈਕਸੀਮਾ ਆਫ ਦਾ ਡਿਫਰੈਕਸ਼ਨ ਪੈਟਰਨ ਆਫ B ਲਾਈ ਔਨ ਦਾ ਫਸਟ ਸੈਕੰਡਰੀ ਮਿਨੀਮਾ ਆਫ ਦਾ ਡਿਫਰੈਕਸ਼ਨ ਪੈਟਰਨ ਆਫ ਦਾ A। ਤਾਂ ਰੇਲੇ ਕੀ ਕਹਿੰਦਾ ਹੈ ਕਿ ਅਸੀਂ ਕਦੋਂ ਮੰਨਾਂਗੇ ਕਿ ਦੋ ਆਬਜੈਕਟ ਰਿਜ਼ੋਲਵ ਹੋ ਗਏ ਜਿਹੜੇ ਨੇੜੇ ਪਏ ਨੇ? ਕਿ ਜੇਕਰ A ਜਿਹੜਾ ਸੈਂਟਰਲ ਮੈਕਸੀਮਾ B ਦਾ ਹੈਗਾ ਉਹ ਕਿੱਥੇ ਬਣ ਰਿਹਾ ਹੈ? ਸੈਂਟਰ ਮਿਨੀਮਾ ਫਸਟ ਮਿਨੀਮਾ ਜਿਹੜਾ ਹੈਗਾ ਡਿਫਰੈਕਸ਼ਨ ਪੈਟਰਨ A ਦੇ ਉੱਪਰ ਬਣ ਰਿਹਾ ਹੈ। ਤਾਂ ਅਸੀਂ ਉਹਨੂੰ ਬੋਲਾਂਗੇ ਕਿ ਇੱਕ ਦਾ ਸੈਂਟਰਲ ਮੈਕਸੀਮਾ ਦੂਜੇ ਦੇ ਫਸਟ ਮਿਨੀਮਾ ਦੇ ਉੱਪਰ ਬਣੇ ਤਾਂ ਡਿਫਰੈਕਸ਼ਨ ਪੈਟਰਨ 'ਚ, ਤਾਂ ਅਸੀਂ ਉਹਨੂੰ ਮੰਨਾਂਗੇ ਕਿ ਉਹ ਰਿਜ਼ੋਲਵ ਹੋ ਗਏ। ਦ ਮਿਨੀਮਮ ਡਿਸਟੈਂਸ ਬਿਟਵੀਨ ਟੂ ਆਬਜੈਕਟ ਵਿਚ ਕੈਨ ਬੀ ਜਸਟ ਵੀ ਸੀਨ ਐਜ਼ ਸੈਪਰੇਟ ਬਾਈ ਦ ਆਪਟੀਕਲ ਇੰਸਟਰੂਮੈਂਟ ਇਜ਼ ਕਾਲਡ ਦ ਲਿਮਿਟ ਆਫ ਰੈਜ਼ੋਲੂਸ਼ਨ। ਤਾਂ ਘੱਟੋ ਘੱਟ ਕਿੰਨੀ ਦੂਰੀ ਨੂੰ ਕੋਈ ਆਪਟੀਕਲ ਇੰਸਟਰੂਮੈਂਟ ਅਲੱਗ ਕਰਕੇ ਦਿਖਾ ਸਕਦਾ ਹੈ, ਅਸੀਂ ਉਸ ਇੰਸਟਰੂਮੈਂਟ ਦੀ ਕੀ ਬੋਲਾਂਗੇ? ਲਿਮਿਟ ਆਫ ਰੈਜ਼ੋਲੂਸ਼ਨ ਹੈ। ਵੀ ਜੇ ਇਸ ਤੋਂ ਦੂਰੀ ਘੱਟ ਗਈ ਤਾਂ ਫਿਰ ਉਹ ਅਲੱਗ-ਅਲੱਗ ਨਹੀਂ ਦਿਖਾ ਪਾਊਗਾ, ਵੀ ਇੰਨੀ ਦੂਰੀ ਘੱਟੋ ਘੱਟ 'ਤੇ ਹੀ ਇਹ ਦਿਖਾ ਸਕਦਾ ਹੈ ਅਲੱਗ-ਅਲੱਗ ਉਹਨਾਂ ਨੂੰ। ਓਬਵੀਅਸਲੀ ਸਮਾਲਰ ਦਾ ਲਿਮਿਟ ਆਫ ਰੈਜ਼ੋਲੂਸ਼ਨ, ਜਿੰਨੀ ਲਿਮਿਟ ਆਫ ਰੈਜ਼ੋਲੂਸ਼ਨ ਘੱਟ ਹੋਊਗੀ ਇਹਦਾ ਮਤਲਬ ਉਹਦੀ ਰਿਜ਼ੋਲਵਿੰਗ ਪਾਵਰ ਓਨੀ ਹੀ ਕੀ ਹੈ? ਜ਼ਿਆਦਾ ਹੈ, ਠੀਕ ਹੈ। ਸਮਝੋ ਕਿ ਇੱਕ ਤਾਂ ਆਪਟੀਕਲ ਇੰਸਟਰੂਮੈਂਟ ਹੈ ਜੋ ਇੰਨੀ ਦੂਰ ਪਏ ਆਬਜੈਕਟ ਨੂੰ ਅਲੱਗ-ਅਲੱਗ ਦਿਖਾਉਂਦਾ ਹੈ, ਠੀਕ ਹੈ। ਤਾਂ ਇੱਕ ਆਪਟੀਕਲ ਇੰਸਟਰੂਮੈਂਟ ਹੈ ਜੋ ਇੰਨੀ ਦੂਰ ਪਏ ਆਬਜੈਕਟ ਨੂੰ ਅਲੱਗ-ਅਲੱਗ ਦਿਖਾਉਂਦਾ ਹੈ। ਤਾਂ ਇਹਨਾਂ 'ਚ ਦੂਰੀ ਘੱਟ ਹੈ, ਇਹਨਾਂ 'ਚ ਦੂਰੀ ਵੱਧ ਹੈ। ਤਾਂ ਜਿਹੜਾ ਇਹਨੂੰ ਦਿਖਾ ਰਿਹਾ ਅਲੱਗ-ਅਲੱਗ, ਜੇ ਇਸ ਤੋਂ ਨੇੜੇ ਕਰ ਦਾਂਗੇ ਮਤਲਬ ਇਹਨਾਂ ਨੂੰ ਉਹ ਅਲੱਗ-ਅਲੱਗ ਨਹੀਂ ਦਿਖਾ ਸਕਦਾ। ਪਰ ਇੱਕ ਇੰਸਟਰੂਮੈਂਟ ਹੈ ਇਹਨਾਂ ਨੂੰ ਤਾਂ ਦਿਖਾ ਰਿਹਾ, ਤਾਂ ਓਬਵੀਅਸਲੀ ਗੱਲ ਹੈ ਜੇ ਇਹਨਾਂ ਨੂੰ ਅਲੱਗ ਦਿਖਾ ਰਿਹਾ ਤਾਂ ਇਹਨਾਂ ਨੂੰ ਤਾਂ ਦਿਖਾਊਗਾ। ਤਾਂ ਜਿਹੜਾ ਇੰਸਟਰੂਮੈਂਟ ਇਹਨਾਂ ਨੂੰ ਅਲੱਗ ਦਿਖਾਊਗਾ ਉਹਦੀ ਰਿਜ਼ੋਲਵਿੰਗ ਪਾਵਰ ਜ਼ਿਆਦਾ ਹੈ, ਅਤੇ ਇਹਦੀ ਰਿਜ਼ੋਲਵਿੰਗ ਪਾਵਰ ਕੀ ਹੈ? ਜਿਹੜਾ ਇਹਨੂੰ ਅਲੱਗ ਦਿਖਾਊਗਾ ਉਹ ਘੱਟ ਹੈ। ਜਿਹੜਾ ਇਹਨਾਂ ਨੂੰ ਨਹੀਂ ਦਿਖਾ ਸਕਦਾ ਉਹਦੀ ਰਿਜ਼ੋਲਵਿੰਗ ਪਾਵਰ ਕੀ ਹੈ? ਘੱਟ ਹੈ। ਤਾਂ ਇਹ ਜਿਹੜਾ ਡਿਸਟੈਂਸ ਹੈ ਦੋ ਪੁਆਇੰਟਾਂ ਦੇ ਵਿਚਾਲੇ, ਇਹਨੂੰ ਬੋਲਾਂਗੇ ਲਿਮਿਟ ਆਫ ਰੈਜ਼ੋਲੂਸ਼ਨ, ਵੀ ਘੱਟੋ ਘੱਟ ਕਿੰਨੀ ਦੂਰੀ ਨੂੰ ਆਪਟੀਕਲ ਇੰਸਟਰੂਮੈਂਟ ਅਲੱਗ ਕਰਕੇ ਦਿਖਾ ਸਕਦਾ ਹੈ। ਹਿਊਮਨ ਆਈ ਜਿਹੜਾ ਹੈਗਾ ਉਹ ਵੀ ਇੱਕ ਇੰਸਟਰੂਮੈਂਟ ਹੈ, ਆਪਟੀਕਲ ਇੰਸਟਰੂਮੈਂਟ ਹੈ। ਲਿਮਿਟ ਆਫ ਰੈਜ਼ੋਲੂਸ਼ਨ ਆਫ ਹਿਊਮਨ ਆਈਜ਼ 1 ਮਿੰਟ ਔਰ 1/60 ਡਿਗਰੀ, ਠੀਕ ਹੈ। 1 ਮਿੰਟ ਜਿਹੜੀ ਹੈਗੀ ਹੈ ਮਤਲਬ ਅਸੀਂ 1 ਡਿਗਰੀ ਜਿਹੜਾ 1 ਮਿੰਟ ਦੀ ਦੂਰੀ ਦੇ ਉੱਪਰ ਪਈਆਂ ਚੀਜ਼ਾਂ ਨੂੰ, ਠੀਕ ਹੈ, ਜਾਂ 1 ਡਿਗਰੀ ਦੇ 60ਵੇਂ ਹਿੱਸੇ ਨੂੰ ਆਪਾਂ ਕੀ ਕਰ ਸਕਦੇ ਹਾਂ? ਅਤੇ ਜਿਹਨੇ ਐਂਗਲ ਇੰਨਾ ਵਿਚਾਲੇ ਬਣ ਰਿਹਾ ਹੋਵੇ ਚੀਜ਼ਾਂ ਦੇ, ਇੰਨਾ ਐਂਗਲ ਵਿਚਾਲੇ ਬਣ ਰਿਹਾ ਹੋਵੇ, ਉਹਨੂੰ ਆਪਾਂ ਅਲੱਗ-ਅਲੱਗ ਕਰਕੇ ਦੇਖ ਸਕਦੇ ਹਾਂ। It means that if the two distinct objects stand angle on the eye which is greater than or at least equal to the 1 minute, ਕਿ ਜੇਕਰ ਦੋ ਆਬਜੈਕਟ ਜਿਹੜੇ ਅਲੱਗ-ਅਲੱਗ ਨੇ ਉਹ ਅੱਖ ਦੇ ਉੱਪਰ ਦੋਨੇ ਮਿਲ ਕੇ ਘੱਟੋ ਘੱਟ 1 ਡਿਗਰੀ ਦਾ ਐਂਗਲ ਬਣਾਉਣ ਤਾਂ ਸਾਨੂੰ, ਜਾਂ ਇਸ ਤੋਂ ਵੱਧ ਬਣਾਉਣ ਤਾਂ ਸਾਨੂੰ ਉਹ ਦੋਨੇ ਚੀਜ਼ਾਂ ਕੀ ਦਿਖਣਗੀਆਂ? ਅਲੱਗ-ਅਲੱਗ ਨਜ਼ਰ ਆਉਣਗੀਆਂ। ਜੇ ਇਸ ਤੋਂ ਘੱਟ ਦਾ ਬਣਾਉਣਗੀਆਂ ਫਿਰ ਨਹੀਂ ਉਹ ਅਲੱਗ-ਅਲੱਗ ਨਜ਼ਰ ਆਉਣੀਆਂ। ਤਾਂ ਰਿਜ਼ੋਲਵਿੰਗ ਪਾਵਰ ਆਫ ਏ ਮਾਈਕਰੋਸਕੋਪ। ਹੁਣ ਮਾਈਕਰੋਸਕੋਪ ਤੁਹਾਨੂੰ ਦੱਸਿਆ ਚੁੱਕਿਆ ਵੀ ਜਿਹੜੀ
छोटी चीज़ों को वड्डा करके दिखाती है। तो लिमिट ऑफ रेजोल्यूशन ऑफ माइक्रोस्कोप इज़ मेजर्ड बाय द मिनिमम डिस्टेंस। लिमिट दस दिता भी लिमिट का मतलब है घट्टो घट्ट कितनी दूरी टू पॉइंट ऑब्जैक्ट के विचाले हूज इमेजिज इन माइक्रोस्कोप आर जस्ट सीन सैपरेट। भी बस इन्नी क दूरी कि हुणे दिखन लगियां ने अलग अलग, जो दूरी उस तो थोड़ी जी भी घट गई तो अलग अलग नहीं दिखणगियां। तो वैल्यू नूं आपां डी नाल लिखांगे तो वैल्यू ऑफ डी वेरी करती है। हुण देखो ये जी डी है ये फिक्स नहीं होंदी किसी माइक्रोस्कोप वास्ते, वो वेरी करती है डायरैक्टली एज अ वेवलैंथ ऑफ द लाइट यूज, भी आप किहड़ी लाइट यूज़ कर रहे हैं उस ऑब्जैक्ट नूं देखण वास्ते। दूजा इनवर्सली एज द कोन एंगल ऑफ लाइट रेज फ्रॉम एनी वन ऑफ द ऑब्जैक्ट एंटरिंग द माइक्रोस्कोप। डायग्राम देखो तो इत्थे आ ऑब्जैक्ट पे है कोई, ठीक है, इस पॉइंट पर ऑब्जैक्ट पे है। तो ये ऑब्जैक्ट की कर रहे हैं, ये एंगल बना रहा है सेंट्रल लाइन नाल थीटा एंगल बना रहा है, थीटा इधर बन रहा है, थीटा ही इधर बन रहा है। तो जो डी है वो वेरीज करना कर रहा है। डी एक तो डायरैक्टली प्रपोर्शनल है भी जी वेव लाइट आप यूज़ कर रहे हैं वेवलैंथ कितनी है, जिन्नी घट होगी वेवलैंथ उन्नी मतलब जो है डी है जोड़ा वो घट होगा, जिन्नी वेवलैंथ वध होगी उन्ना डी जोड़ा है वध होगा। मतलब रिजॉल्विंग पावर के वध होने वास्ते वेवलैंथ का घट होना जरूरी है। फिर आ एंगल, जिन्ना एंगल घट होगा उन्नी डी ज़्यादा होगी, जिन्ना एंगल वध होगा उन्नी डी घट होगी, ठीक है। मतलब जिन्ना एंगल ज़्यादा बनाऊगा अख के उपर उन्नी सैपरेशन जी है घट, सैपरेशन भी सानू अलग अलग दिखाई देगी। सो साडे कोल 2 थीटा की है एंगल ऑफ द कोन, आप बोलेंगे एंगल ऑफ द कोन, ठीक है, जो कि लाइट रेज ने जी ऑब्जैक्ट तो आ रही ने अख दे नाल बना रही ने। तो हुण आपां नूं पता है भी जेकर एंगल स्माल होवे तो आपां साइन थीटा नूं थीटा लिख सकते हैं, तो थीटा नूं की लिख सकते हैं साइन थीटा लिख सकते हैं। इफ द मीडियम ऑब्जैक्ट के लैंज के विचाले मीडियम एयर ना होके कोई होर मीडियम हो जिसका रिफ्रैक्टिव इंडैक्स म्यू है, तो यही फार्मूला बन जूगा लैम्बडा अपॉन 2 म्यू साइन थीटा। मतलब मीडियम अदर दैन एयर है साडे कोल जेकर, तो ओबवियसली हुणे डी की है, डी घट्टो घट दूरी है, तो स्मालर द वैल्यू ऑफ डी ग्रेटर विल द रिजॉल्विंग पावर। जिन्ना ये डी घट होगा उन्ना ही ਉਹਦੀ रिजॉल्विंग पावर ਵੱਧ होगी। मतलब रिजॉल्विंग पावर है जी डी के रेसिप्रोकल है, समझ लगी ना। जिन्ना डी घट रिजॉल्विंग पावर होनी ज़्यादा, मतलब रिजॉल्विंग पावर डी के रेसिप्रोकल है, तो 1/d की होगी इसकी रिजॉल्विंग पावर होगी। सो म्यू साइन थीटा इज कॉल्ड नमैरिकल अपर्चर ऑफ द माइक्रोस्कोप। इनू अपर्चर बोलते हैं, नमैरिकल अपर्चर। टू इनक्रीज द रिजॉल्विंग पावर ऑफ माइक्रोस्कोप, जेकर असीं माइक्रोस्कोप की रिजॉल्विंग पावर नू बढ़ाउणा है वी डिक्रीज लैम्बडा, तो डी नू की करांगे आपां घटा देंगे। लैम्बडा जिन्ना घट होगा उन्नी रिजॉल्विंग पावर ज़्यादा होगी। सो यूज़ ब्लू लाइट, हुण 7 रंगां दे विच्चों आपां नूं पता है कि ब्लू लाइट की वेवलैंथ सब तो घट होंदी है, स्मालर वेवलैंथ। वी कांट इनक्रीज थीटा बिकॉज द केस इन दैट केस अपर्चर ऑफ द लेंस वुड भी इनक्रीज। असीं थीटा नूं असीं कहंदे जे वधावांगे, देखो हुण आपां नूं पता साइन थीटा च की हुंदा है, जिवें जिवें एंगल वधदा है साइन थीटा की वैल्यू वधदी है। साइन 0 0 हुंदा है, ठीक है, साइन 30 1/2 होंदा है, साइन 45 1/√2 होंदा है, साइन 90 1 होंदा है। मतलब जिमें जिमें एंगल बढ़ रहा है उवें उवें उसकी वैल्यू भी बढ़ रही है। इसका मतलब तुसीं थीटा बढ़ाओगे तो ओबवियसली गल है आ फैक्टर उपरला बढ़ जूगा, ठीक है। तो साडे कोल की है लेंस का कहना अपर्चर बढ़ जूगा, असीं ज़्यादा थीटे नूं नहीं बढ़ा सकते, इस करके उहदे नाल अपर्चर की वैल्यू इनक्रीज हो जूगी। फिर अपने को इहदे वांगू नाल दी आ गया अपने को रिजॉल्विंग पावर ऑफ द टैलीस्कोप। हुण माइक्रोस्कोप किया सी, हुण की है टैलीस्कोप। टैलीस्कोप की है दूर की चीज़ों देखने के काम आंदा। तो लिमिट ऑफ द रेजोल्यूशन ऑफ द टैलीस्कोप इज मेजर्ड बाय द एंगल सबटेंडेड एट इट्स ऑब्जैक्टिव बाय दोज 2 डिस्टिंक्ट ऑब्जैक्ट हुज इमेज आर जस्ट सीन एज सैपरेट थ्रू द टैलीस्कोप। तो इनू आप करना मेजर करते हैं, वो डिस्टेंस लिया सी आपां ने, इत्थे आपां की लिया एंगल लिया। जिहड़ा एंगल 2 अलग अलग ऑब्जैक्ट ने, आ देखो डायग्राम देखो, 2 ऑब्जैक्ट ने घट्टो घट्ट जिहड़ा एंगल बनाया जिसते वो दोने ऑब्जैक्ट अलग अलग दिखन लग गए। एंगल किहदे पर बनाया? ऑप्टिकल सेंटर ऑफ द किहड़ा लेंस हुंदा पहला वाला ऑब्जैक्टिव लेंस। टैलीस्कोप के मूहरे वाले लेंस आप बोलते हैं ऑब्जैक्टिव लेंस। तो ऑब्जैक्टिव लेंस से जो 2 ऑब्जैक्ट ने वो घट्टो घट्ट कितना एंगल बना रहे हैं जिते वो अलग अलग दिखन लग गए, उन्होंने की बोलांगे रिजॉल्विंग पावर ऑफ द टैलीस्कोप बोलांगे। तो यह भी कि उपर डिपेंड करता है, डायरैक्टली प्रोपोर्शनल टू द वेवलैंथ है, तो इनवर्सली प्रोपोर्शनल इनवर्सली एज द अपर्चर द डायामीटर डी ऑफ द ऑब्जैक्टिव लेंस। जिन्ना इसका डायामीटर ज़्यादा है ये इनवर्सली प्रोपोर्शनल है। तो डी थीटा डायरैक्ट लैम्बडा अपॉन डी, ठीक है।
ਪ੍ਰਪੋਰਸ਼ਨਲ ਦਾ ਨਿਸ਼ਾਨ ਹਟਾ ਕੇ ਇੱਥੇ 1.22 ਜਿਹੜਾ ਹੈਗਾ ਸਾਡੇ ਕੋਲ ਇੱਕ ਕੌਂਸਟੈਂਟ ਆ ਗਿਆ। ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਰਿਜ਼ੋਲਵਿੰਗ ਪਾਵਰ ਹੈ ਉਹ ਉਲਟ ਹੋਊਗੀ, ਰੈਸੀਪ੍ਰੋਕਲ ਹੈ ਕਿਹਦੇ, ਜਿੰਨਾ ਇਹ ਐਂਗਲ ਘੱਟ ਹੋਊਗਾ ਉਨੀ ਰਿਜ਼ੋਲਵਿੰਗ ਪਾਵਰ ਜ਼ਿਆਦਾ ਹੋਊਗੀ। ਤਾਂ ਉਹ 1/d ਥੀਟਾ ਆ ਗਈ, ਤਾਂ ਡੀ ਕੈਪੀਟਲ D ਪੌਨ 1.22 ਲੈਂਬਡਾ ਆ ਗਿਆ। ਤਾਂ ਇਹ ਟੈਲੀਸਕੋਪ ਯੂਜ਼ ਟੂ ਅਬਜ਼ਰਵ ਦਾ ਡਿਸਟਿੰਕਟ ਆਬਜੈਕਟ, ਦੂਰ ਦੀ ਚੀਜ਼ਾਂ ਦੇਖਣ ਦੇ ਕੰਮ ਆਉਂਦੀ ਹੈ, ਵਿਚ ਆਰ ਜਨਰਲੀ ਸੀਨ ਇਨ ਦਾ ਸਨਲਾਈਟ, ਦੇਅਰਫੋਰ ਦੇਅਰ ਇਜ਼ ਨੋ ਕੰਟਰੋਲ ਔਨ ਦਾ ਲੈਂਬਡਾ। ਤਾਂ ਸਨਲਾਈਟ 'ਚ ਆਪਾਂ ਲੈਂਬਡਾ ਕੰਟਰੋਲ ਨਹੀਂ ਕਰ ਸਕਦੇ ਕਿਉਂਕਿ ਦੂਰ ਦੀ ਚੀਜ਼ ਹੈ, ਉੱਥੇ ਤੱਕ ਅਸੀਂ ਕੋਈ ਆਪਣੇ ਵੱਲੋਂ ਲਾਈਟ ਨਹੀਂ ਭੇਜ ਸਕਦੇ, ਠੀਕ ਹੈ। ਹੈਂਸ ਟੂ ਇਨਕਰੀਜ਼ ਦਾ ਰਿਜ਼ੋਲਵਿੰਗ ਪਾਵਰ ਆਫ ਦਾ ਟੈਲੀਸਕੋਪ ਵੀ ਮਸਟ ਯੂਜ਼ ਦਾ ਆਬਜੈਕਟਿਵ ਲੈਂਸ ਆਫ ਦਾ ਲਾਰਜ ਅਪਰਚਰ। ਹੁਣ ਜਿਹੜੀ ਰਿਜ਼ੋਲਵਿੰਗ ਪਾਵਰ ਹੈ ਡੀ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ, ਤਾਂ ਜਿੰਨਾ ਇਹ ਅਪਰਚਰ ਜ਼ਿਆਦਾ ਹੋਊਗਾ, ਤੁਹਾਨੂੰ ਦੱਸਿਆ ਸੀ, ਹੁਣ ਯਾਦ ਕਰੋ ਟੈਲੀਸਕੋਪ ਜਦੋਂ ਪੜ੍ਹਾਈ ਸੀ ਤਾਂ ਦੱਸਿਆ ਵੀ ਇਹ ਜ਼ਿਆਦਾ ਹੋਣਾ ਚਾਹੀਦਾ, ਜਿੰਨੇ ਜ਼ਿਆਦਾ ਹੋਊਗਾ ਉਨਾ ਹੀ ਸਾਡੇ ਕੋਲ ਜਿਹੜੀ ਇਮੇਜ ਆ ਉਹ ਕਲੀਅਰ ਦਿਖੂਗੀ, ਸਾਨੂੰ ਡਿਸਟਿੰਕਟ ਦਿਖੂਗੀ। ਐਂਡ ਐਡੀਸ਼ਨਲ ਐਡਵਾਂਟੇਜ ਆਫ ਦਾ ਲਾਰਜ ਆਬਜੈਕਟਿਵ ਇਜ਼ ਦੈਟ ਇਟ ਵਿਲ ਕਲੈਕਟ ਦਾ ਗ੍ਰੇਟਰ ਅਮਾਊਂਟ ਆਫ ਲਾਈਟ। ਇੱਕ ਇਹਦਾ ਫਾਇਦਾ ਹੋਰ ਹੋ ਜਾਊਗਾ, ਇਹ ਜ਼ਿਆਦਾ ਲਾਈਟ ਇਕੱਠੀ ਕਰੂਗਾ ਐਂਡ ਇਮੇਜ ਸੀਨ ਵਿਲ ਵੀ ਮੱਚ ਬਰਾਈਟਰ, ਅਤੇ ਜ਼ਿਆਦਾ ਸ਼ਾਰਪ ਇਮੇਜ ਬਣੂਗੀ, ਸਾਡੇ ਕੋਲ ਸਾਫ਼ ਬਣੂਗੀ। ਸਟਾਰ ਵਿਚ ਆਰ ਐਕਸਟ੍ਰੀਮਲੀ ਫਾਰ ਅਵੇ ਕੈਨ ਆਲਸੋ ਸੀਨ ਬਾਈ ਯੂਜ਼ਿੰਗ ਟੈਲੀਸਕੋਪ ਆਫ ਲਾਰਜ ਅਪਰਚਰ। ਅਸੀਂ ਜਿਹੜੇ ਤਾਰੇ ਨੇ ਜੋ ਕਿ ਸਭ ਤੋਂ ਬਹੁਤ ਜ਼ਿਆਦਾ ਦੂਰ ਨੇ ਉਹਨਾਂ ਨੂੰ ਵੱਡੇ ਅਪਰਚਰ ਵਾਲੀ ਟੈਲੀਸਕੋਪ ਦੇ ਨਾਲ ਅਸੀਂ ਦੇਖ ਸਕਦੇ ਹਾਂ ਆਰਾਮ ਨਾਲ, ਠੀਕ ਹੈ। ਉਮੀਦ ਕਰਦਾ ਤੁਹਾਨੂੰ ਇਹ ਜਿਹੜਾ ਟੌਪਿਕ ਹੈ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਟੌਪਿਕ ਹੈਗਾ ਦੈਟ ਇਜ਼ ਡੋਪਲਰ ਇਫੈਕਟ ਇਨ ਲਾਈਟ। ਹੁਣ ਯਾਦ ਕਰੋ +1 ਦੇ ਲਾਸਟ ਯੂਨਿਟ 'ਚ ਆਪਣੇ ਡੋਪਲਰ ਇਫੈਕਟ ਆਫ ਸਾਊਂਡ ਕੀਤਾ ਸੀਗਾ। ਉਹ 'ਚ ਕੀ ਸੀ ਕਿ ਜਦੋਂ ਵੀ ਕੋਈ ਬੋਡੀ, ਇੱਕ ਹੁੰਦਾ ਅਬਜ਼ਰਵਰ ਹੁੰਦਾ, ਇੱਕ ਹੁੰਦਾ ਸਾਡੇ ਕੋਲ ਲਾਈਟ ਜਿਹਨੂੰ ਸੋਰਸ ਹੁੰਦਾ। ਜਦੋਂ ਲਾਈਟ ਸੋਰਸ ਅਤੇ ਅਬਜ਼ਰਵਰ ਸੁਣਨ ਵਾਲਾ ਜਦੋਂ ਉਹ ਮੂਵ ਕਰਦੇ ਨੇ, ਇੱਕ ਵਿਚਾਲੇ ਮੀਡੀਅਮ ਹੈ ਜੇ ਉਹ ਵੀ ਮੂਵ ਕਰ ਰਿਹਾ ਹੈ, ਤਾਂ ਜਿਹੜੀ ਫਰੀਕੁਐਂਸੀ ਪੈਦਾ ਕਰ ਰਹੀ ਹੈ ਸੋਰਸ ਆਫ ਸਾਊਂਡ 'ਚ, ਠੀਕ ਹੈ, ਸਾਊਂਡ ਜਿਹੜੀ ਫਰੀਕੁਐਂਸੀ ਪੈਦਾ ਹੋ ਰਹੀ ਹੈ ਅਬਜ਼ਰਵਰ ਨੂੰ ਉਹ ਉਨੀ ਫਰੀਕੁਐਂਸੀ ਸੁਣਾਈ ਨਹੀਂ ਦਿੰਦੀ ਹੈਗੀ। ਇਹ ਆਪਣੇ ਕੋਲ ਡੋਪਲਰ ਇਫੈਕਟ ਆਫ ਸਾਊਂਡ ਸੀਗਾ, ਠੀਕ ਹੈ। ਤਾਂ ਆਪਣੇ ਕੋਲ ਉਸੇ ਤਰੀਕੇ ਨਾਲ ਲਾਈਟ ਦੇ ਕੇਸ ਵੀ ਡੋਪਲਰ ਇਫੈਕਟ ਹੈ। ਇਹ ਕੀ ਕਹਿੰਦਾ ਹੈ, according to Doppler effect, whenever there is a relative motion between a source of light and observer। ਹੁਣ ਉਹਦੇ ਵਿੱਚ ਵੀ ਸੇਮ ਉਹੀ ਗੱਲ ਹੈ ਕਿ ਜਦੋਂ ਵੀ ਸਾਡੇ ਕੋਲ ਮੋਸ਼ਨ ਹੁੰਦਾ ਕਾਹਦੇ ਵਿਚਾਲੇ, ਇੱਕ ਸੋਰਸ ਆਫ ਲਾਈਟ ਹੈ ਜੋ ਲਾਈਟ ਪੈਦਾ ਕਰ ਰਿਹਾ ਹੈ, ਇੱਕ ਆਬਜ਼ਰਵਰ ਹੈ ਜੋ ਲਾਈਟ ਨੂੰ ਦੇਖ ਰਿਹਾ ਹੈ। ਦ ਐਪਰੈਂਟ ਫਰੀਕੁਐਂਸੀ ਆਫ ਦਾ ਲਾਈਟ ਰਿਸੀਵਡ ਬਾਏ ਦਾ ਆਬਜ਼ਰਵਰ, ਅਤੇ ਜਿਹੜੀ ਅਬਜ਼ਰਵਰ ਨੂੰ ਲਾਈਟ ਦੀ ਫਰੀਕੁਐਂਸੀ ਮਿਲ ਰਹੀ ਹੈ, ਅਬਜ਼ਰਵ ਕਰ ਰਿਹਾ ਹੈ, ਇਜ਼ ਡਿਫਰੈਂਟ ਫਰੋਮ ਦੈਟ ਟਰੂ ਫਰੀਕੁਐਂਸੀ ਆਫ ਦਾ ਲਾਈਟ ਐਮਿਟਡ ਐਕਚੁਅਲੀ ਫਰੋਮ ਦਾ ਸੋਰਸ ਆਫ ਲਾਈਟ। ਬਿਲਕੁਲ ਸੇਮ ਉਹੀ ਡੈਫੀਨੇਸ਼ਨ ਹੈ, ਬਸ ਉੱਥੇ ਕੀ ਸੀਗਾ, ਫਰੀਕੁਐਂਸੀ ਆਫ ਸਾਊਂਡ ਸੀ, ਇੱਥੇ ਫਰੀਕੁਐਂਸੀ ਆਫ ਕੀ ਹੈ, ਲਾਈਟ ਹੈ। ਕਿ ਜਦੋਂ ਸੋਰਸ ਅਤੇ ਅਬਜ਼ਰਵਰ ਕੀ ਨੇ, ਮੋਸ਼ਨ 'ਚ ਨੇ, ਤਾਂ ਜਿਹੜੀ ਫਰੀਕੁਐਂਸੀ ਅਬਜ਼ਰਵਰ ਨੂੰ ਮਿਲ ਰਹੀ ਹੈ ਜਾਂ ਜਿਹੜੀ ਉਹ ਮਹਿਸੂਸ ਕਰ ਰਿਹਾ ਹੈ ਉਹ ਅਲੱਗ ਹੈ ਜੋ ਕਿ ਸੋਰਸ ਪੈਦਾ ਕਰ ਰਿਹਾ ਹੈ, ਠੀਕ ਹੈ। ਸੋ ਐਪਰੈਂਟ ਫਰੀਕੁਐਂਸੀ ਉਹਨੂੰ ਬੋਲਾਂਗੇ ਜੋ ਉਹਨੂੰ ਮਹਿਸੂਸ ਹੋ ਰਹੀ ਹੈ। ਆਫ ਲਾਈਟ ਇਨਕਰੀਜ਼ ਵਨ ਡਿਸਟੈਂਸ ਕੀ ਹੈ ਬਿਟਵੀਨ ਦਾ ਸੋਰਸ ਆਫ ਲਾਈਟ ਐਂਡ ਅਬਜ਼ਰਵਰ ਡਿਕਰੀਜ਼। ਜਦੋਂ ਲਾਈਟ ਦੇ ਸੋਰਸ ਆਫ ਲਾਈਟ ਅਤੇ ਅਬਜ਼ਰਵਰ ਦੇ ਵਿਚਾਲੇ ਡਿਸਟੈਂਸ ਘਟੂਗਾ ਤਾਂ ਐਪਰੈਂਟ ਫਰੀਕੁਐਂਸੀ ਵੱਧਦੀ ਨਜ਼ਰ ਆਉਂਦੀ ਸਾਨੂੰ, ਅਤੇ ਜੇਕਰ ਡਿਸਟੈਂਸ ਵਧੂਗਾ ਤਾਂ ਐਪਰੈਂਟ ਫਰੀਕੁਐਂਸੀ ਜਿਹੜੀ ਉਹ ਸਾਨੂੰ ਘਟਦੀ ਨਜ਼ਰ ਆਉਂਦੀ ਹੈ। ਤਾਂ ਇਹਦੇ ਵਾਸਤੇ ਆਪਾਂ ਐਕਸਪ੍ਰੈਸ਼ਨ ਕਰਾਂਗੇ। ਸਪੋਜ਼ ਕਰੋ ਇਹ ਸੋਰਸ ਆਫ ਲਾਈਟ ਅਮਿਟ ਵੇਵ ਆਫ ਫਰੀਕੁਐਂਸੀ ਨਿਊ। ਕੋਈ ਸੋਰਸ ਆਫ ਲਾਈਟ ਹੈ ਜੋ ਲਾਈਟ ਛੱਡ ਰਿਹਾ ਹੈ, ਉਹਦੀ ਫਰੀਕੁਐਂਸੀ ਨਿਊ ਹੈ, ਵੇਵ ਲੈਂਥ ਲੈਂਬਡਾ ਹੈ, ਮਤਲਬ ਸਿੰਗਲ ਫਰੀਕੁਐਂਸੀ ਦੀ ਲਾਈਟ ਹੈ ਆਪਣੇ ਕੋਲੇ। ਇਫ ਸੀ ਇਜ਼ ਦਾ ਵੈਲੋਸਿਟੀ ਆਫ ਲਾਈਟ ਇਨ ਵੈਕਿਊਮ, ਤਾਂ ਆਪਾਂ ਨੂੰ ਇਹ ਰਿਲੇਸ਼ਨ ਪਤਾ ਹੈ, ਲੈਂਬਡਾ ਬਰਾਬਰ ਹੈ C/ਨਿਊ ਹੁੰਦੀ ਹੈ ਰਿਲੇਸ਼ਨ ਆਪਾਂ ਨੂੰ। ਲੈਟ ਕਰੋ ਸੋਰਸ ਐਂਡ ਅਬਜ਼ਰਵਰ ਅਪਰੋਚ ਈਚ ਅਦਰ। ਅਪਰੋਚ ਈਚ ਮਤਲਬ ਇੱਕ ਦੂਜੇ ਵੱਲ ਆ ਰਹੇ ਨੇ, ਅਪਰੋਚ ਕਰਨਾ ਮਤਲਬ ਆਉਣਾ, ਵਿਦ ਵੈਲੋਸਿਟੀ v along the direction of propagation of the light। ਜਿਸ ਡਾਇਰੈਕਸ਼ਨ 'ਚ ਲਾਈਟ ਆ ਰਹੀ ਹੈ ਉਸੇ ਡਾਇਰੈਕਸ਼ਨ 'ਚ ਉਹ ਸੇਮ ਡਾਇਰੈਕਸ਼ਨ 'ਚ ਮੂਵ ਕਰ ਰਹੇ ਨੇ। ਇਨ 1 ਸੈਕਿੰਡ ਦਾ ਟੂ ਕਮ ਕਲੋਜ਼ਰ ਬਾਏ ਡਿਸਟੈਂਸ v। ਹੁਣ ਦੇਖੋ ਆਪਾਂ ਨੂੰ ਪਤਾ ਸਪੀਡ ਬਰਾਬਰ ਜਾਂ ਵੈਲੋਸਿਟੀ ਬਰਾਬਰ ਕਾਹਦੇ ਬਰਾਬਰ ਹੁੰਦਾ, ਵੈਲੋਸਿਟੀ ਇਜ਼ ਇਕੁਅਲ ਟੂ ਹੁੰਦਾ ਡਿਸਟੈਂਸ ਅਪੋਨ t। ਜੇ t ਸਾਡੇ ਕੋਲ 1 ਸੈਕਿੰਡ ਹੋਵੇ ਤਾਂ ਕੀ ਹੋਊਗਾ, v ਬਰਾਬਰ t, ਕਿਉਂਕਿ ਬਟਾ 1 ਆ ਗਿਆ। ਤਾਂ 1 ਸਕਿੰਟ ਦੇ ਵਿੱਚ ਕਿੰਨਾ ਡਿਸਟੈਂਸ ਤੈਅ ਕਰੂਗਾ ਸੋਰਸ ਜਾਂ ਅਬਜ਼ਰਵਰ, v ਡਿਸਟੈਂਸ, ਇੰਨਾ ਨੇੜੇ ਆ ਜਾਣਗੇ ਮਤਲਬ ਉਹ। ਤਾਂ ਐਪਰੈਂਟ ਫਰੀਕੁਐਂਸੀ ਜਿਹੜੀ ਹੈਗੀ ਹੈ, ਨੰਬਰ ਆਫ ਲਾਈਟ ਵੇਵ ਰਿਸੀਵਡ ਪਰ ਸੈਕਿੰਡ ਬਾਏ ਦਾ ਅਬਜ਼ਰਵਰ। ਐਪਰੈਂਟ ਫਰੀਕੁਐਂਸੀ ਕੀ ਹੁੰਦੀ ਹੈ ਕਿ ਕਿੰਨੀਆਂ ਨੰਬਰ ਆਫ ਲਾਈਟ ਵੇਵ ਉਹ ਰਿਸੀਵ ਕਰ ਰਿਹਾ ਅਬਜ਼ਰਵਰ 1 ਸੈਕਿੰਡ ਦੇ ਵਿੱਚ। ਹੁਣ ਨਿਊ ਡੈਸ਼ ਨੰਬਰ ਆਫ ਲਾਈਟ ਵੇਵਸ ਅਮਿਟਡ ਪਰ ਸੈਕਿੰਡ ਬਾਏ ਸੋਰਸ ਪਲੱਸ ਨੰਬਰ ਆਫ ਲਾਈਟ ਵੇਵ ਕੰਟੇਨਡ ਇਨ ਏ ਡਿਸਟੈਂਸ v। ਹੁਣ ਦੇਖੋ ਕੀ ਹੋ ਗਿਆ ਮਤਲਬ ਇਹਦਾ, ਇਹਨੂੰ ਸਮਝੋ। ਨਿਊ ਡੈਸ਼ ਕੀ ਹੈ, ਨੰਬਰ ਆਫ ਲਾਈਟ ਵੇਵ ਅਮਿਟਡ, ਸੋਰਸ ਨੇ ਕਿੰਨੀਆਂ ਅਮਿਟ ਕੀਤੀਆਂ, ਠੀਕ ਹੈ, 1 ਸੈਕਿੰਡ ਦੇ ਵਿੱਚ, ਪਲੱਸ ਨੰਬਰ ਆਫ ਲਾਈਟ ਵੇਵ ਕੰਟੇਨਡ ਇਨ ਡਿਸਟੈਂਸ, ਜਿੰਨਾ ਡਿਸਟੈਂਸ ਉਹਨਾਂ ਨੇ ਕਵਰ ਕਰਿਆ 1 ਸਕਿੰਟ 'ਚ, v ਡਿਸਟੈਂਸ ਕਵਰ ਕਰਿਆ, ਉਹਦੇ 'ਚ ਕਿੰਨੀ ਫਰੀਕੁਐਂਸੀ ਆ ਗਈ। ਤਾਂ ਨਿਊ ਡੈਸ਼ ਕੀ ਹੈ, ਓਰੀਜਨਲ ਫਰੀਕੁਐਂਸੀ ਕਿੰਨੀ ਸੀ ਪਲੱਸ ਕਿੰਨੀ ਫਰੀਕੁਐਂਸੀ ਆ ਗਈ ਕਾਹਦੇ ਵਿੱਚ, v ਡਿਸਟੈਂਸ 'ਚ। ਇਹ ਕਿੱਥੋਂ ਆਇਆ, ਆ ਕਿੱਥੋਂ ਆਈ ਟਰਮ v/ਲੈਂਬਡਾ, ਇਹ ਟਰਮ ਕਿੱਥੋਂ ਆ ਗਈ ਆਪਣੇ ਕੋਲੇ, ਇਹ ਆਪਣੇ ਕੋਲ ਇੱਥੋਂ ਆਈ ਹੈ ਟਰਮ,
सी बटा न्यू वाली तो इत्थों न्यू उपर चला गया, लैमड़ा नीचे आ गया। ठीक है, हुण सी की सीगा वेलोसिटी ऑफ लाइट, इत्थे की आ गया वेलोसिटी ऑफ ऑबजरवर ਜਾਂ वेलोसिटी ऑफ ਆਪਾਂ ਕਹਾਂਗੇ ਜਿਹੜੀ ਉਹਨਾਂ ਦੀ ਰਿਲੇਟਿਵ वेलोसिटी आपस बटा लैमड़ा नीचे आ गया। ठीक है, फिर इत्थे ਆਪਾਂ ਨੇ ਕੀ ਕੀਤਾ, लैमड़ा की वैल्यू भरती सी बटा न्यू। ठीक, तो उपर यह चला गया न्यू वी बटा सी बन गया, तो इत्थों न्यू की आ गया कॉमन आ गया क्लीयरली। हुण देखो वी डैश जिहड़ा सॉरी न्यू डैश है जिहड़ा न्यू तो बड़ा होगा, क्यों उहदे नाल मल्टीप्लाई हो रहा एक प्लस समथिंग, चाहे जिन्ना भी है एक प्लस समथिंग। जो आप एक तो बड़े अखर नाल गुणा करांगे तो मतलब आ वाला आंसर की है जो ज़्यादा होगा, मतलब आ घट है आह वध है। सिमिलरली हुण जे की मन्नी आपां कि वह दूर जा रहे हैं। ठीक है, तो एक सकेंट च कितना दूर गए -20, तो इत्थे की आ जाऊगा माइनस का निशान आ जाऊगा। दोनों कंबाइन कर दो, न्यू डैश इज इक्वल टू न्यू 1 प्लस माइनस वी बटा सी। प्लस का निशान आप कदों मनांगे जो वो नेड़े आ रहे हैं, माइनस का निशान कदों मनांगे जो दूर जा रहे हैं। ठीक है, तो न्यू डैश माइनस न्यू जे आप इनू खोल लीए, इनू अंदर मल्टीप्लाई कर लिए, न्यू प्लस माइनस न्यू वी बटा सी, न्यू परले पासे चला गया, तो डेल्टा न्यू एन आंसर आ गया अपने को। डेल्टा न्यू की वैल्यू कितनी एन ही आ गई। ठीक है, तो इत्थों अपने की कर ली वी की वैल्यू फाइंड कर ली, वेलोसिटी की वैल्यू जी हैगी आपां वो भी फाइंड कर सकते हैं। जेकर आपको ये पता लग जाए कि एपरेंट फ्रीकुएंसी जी हैगी इस ओरिजिनल फ्रीकुएंसी तो एपरेंट फ्रीकुएंसी कितना फर्क है, तो आप वी की वैल्यू फाइंड कर सकते हैं। हुण तुसीं कदे जे फिल्मां दे विच देखिया होवे हाँ जी, आप गल कर रहे थे कि जेकर असीं वी सानू डेल्टा न्यू की वैल्यू पता लग जाए तो असीं वी की वैल्यू फाइंड कर सकते हैं। हुण मैं तुहानूं दस रहा भी जे तुसीं ध्यान नाल कदे फिल्म वगैरह देखियां होण, खास तौर पर जिहड़ियां हॉलीवुड फिल्मां होंदियां ने, वैसे बॉलीवुड भी दिखाते हैं, कई बार बहुत तेज़ गड्डी जा रही होंदी है। ठीक है, तो बहुत तेज़ गड्डी जा रही होंदी है, पुलिस वाले खड़े होंदे ने, उन्होंने हत्थ च कैमरा जिद्दां कैमरा स्टैंड ते लाया होंदा, जिन्होंने हत्थ च बंदूक टाइप कैमरा जिहा होंदा वो उहदे वल मतलब गड्डी वल चलाते हैं, तो उन्होंने यह पता लगता कि गड्डी कितनी स्पीड ते जा रही है, गड्डी की स्पीड पता लग जाती है उन्होंने। तो उन्होंने एक इंस्ट्रूमेंट जिहड़ा है वो किस तरह गड्डी की स्पीड दस दिंदा है, वो आही फार्मूले की वरतों करता है। वो एपरेंट फ्रीकुएंसी जिहड़ी हैगी है ਉਹਦੀ वरतों मतलब वो पता करके सी ते न्यू तो आपको पता ही है कि जिहड़ी लाइट वो छड्डदे ने। ठीक है, वो फ्रीकुएंसी उन्होंने पता होंदी है, तो सी वेलोसिटी ऑफ लाइट जी कॉमन है अपने कोले, तो डेल्टा न्यू जी कढ़ लेंदे ने, उस जो इंस्ट्रूमेंट है डेल्टा न्यू रिकॉर्ड कर लेंदा है, तो साडे कोले वी की वैल्यू जी पता लग जाती है कि जी गड्डी है वो कितनी स्पीड नाल साडे कोल दी लंघी। ठीक है, हुण आपां नूं पता है वी न्यू बराबर है सी बटा लैमड़ा पहले वाली रिलेशन तो इनू आपां की कर लिया डिफरेंशिएट करता, डिफरेंशिएट विद रिस्पैक्ट टू लैमड़ा। हुण डिफरेंशिएट तुहानूं पता है डी न्यू बटा डी लैमड़ा। ठीक है, सी कॉन्सटेंट अखर है, हुण जिहड़ी चीज़ कॉन्सटेंट हुंदी है उहदा डिफरेंशिएशन नहीं हुंदा। ठीक है, तो इहदा डिफरेंशिएशन किवें होऊगा, देखो न्यू इज इक्वल टू सी अपॉन लैमड़ा, तो डिफरेंशिएशन किवें होऊगा डी न्यू बटा विद रिस्पैक्ट टू की होंदा डी लैमड़ा किता अपने कॉन्सटेंट अखर का नहीं होंदा, इनू आपां जे उपर लेके जावांगे तो लैमड़ा नूं -1 बन गया। डिफरेंशिएशन किवें करदे हुंदे आ डी बटा डी लैमड़ा करने ना अपने, इनू इस तरह रख लो, सी बाहर आ गया क्योंकि कॉन्सटेंट है, अंदर की रह गया डी लैमड़ा डैश सॉरी लैमड़ा इनवर्स बटा डी लैमड़ा। तो इहदा जो आपां करांगे की हुंदा डिफरेंशिएशन रूल, पावर मूहरे आ जाती होंदी है -1 सी, जिन्नी पावर होवे उहदे विच की कर दो 1 घटा दो, लैमड़ा की पावर -1 है, 1 माइनस होर कर दो, डी लैमड़ा खत्म हो गया, तो -c लैमड़ा की पावर -2, तो -c बटा लैमड़ा का स्केयर बन गया, तो न्यू बटा डी लैमड़ा इज इक्वल टू -c बटा लैमड़ा का स्केयर। इत्थों डी लैमड़ा की वैल्यू कढ़ ली अपने। ठीक है, इनू अपने डेल्टा लैमड़ा लिख लो चाहे डी लैमड़ा लिख लो, इत्थे डेल्टा करता तो अपने डी न्यू करता अपने। ठीक है, उस तो बाद की किया अपने जिहड़ी वैल्यू है डेल्टा न्यू की वैल्यू इत्थों उपरों डेल्टा न्यू की वैल्यू इत्थे अपने भरती, तो अपने को प्लस माइनस वी बटा सी लैमड़ा आ गया। ठीक है, अपने आ रिलेशन यूज़ कर ली, सी बराबर है न्यू लैमड़ा, तो डेल्टा लैमड़ा की वैल्यू कढ़ ली ਜਾਂ वी की वैल्यू, मतलब चाहे तो आप ये फार्मूले नाल डेल्टा वी की वैल्यू सॉरी वी की वैल्यू कढ़ लो न्यू की सहायता नाल। ये अपने क्यों किया है, ये सारी कन्वर्शन करने का मतलब की है भी चाहे तो न्यू की टर्म च कढ़ लो वेलोसिटी, ਜਾਂ फिर डेल्टा सॉरी लैमड़ा की टर्म च कढ़ लो वेलोसिटी, दोनों टर्म के आप वेलोसिटी जी वो फाइंड कर सकते हैं। यदा मकसद सिर्फ इन्ना ही है। वैन द सोर्स एंड ऑबजरवर अप्रोच ईच अदर, जो नेड़े आते हैं तो डेल्टा न्यू जी हैगी वो
ਪੋਜ਼ਿਟਿਵ ਹੁੰਦੀ ਹੈ, ਮਤਲਬ ਐਪਰੈਂਟ ਫ੍ਰੀਕੁਐਂਸੀ ਵਧੀ ਹੋਈ ਨਜ਼ਰ ਆਉਂਦੀ ਹੈ ਆਪਾਂ ਨੂੰ, ਅਤੇ ਵੇਵਲੈਂਥ ਕੀ ਹੁੰਦੀ ਹੈ, ਉਲਟ ਹੁੰਦੀ ਹੈ, ਘਟੀ ਹੋਈ ਨਜ਼ਰ ਆਉਂਦੀ ਹੈ। ਠੀਕ ਹੈ, ਤਾਂ ਇਹਨੂੰ ਬੋਲਦੇ ਨੇ ਬਲੂ ਸ਼ਿਫਟ। ਕਿਉਂਕਿ ਬਲੂ ਸ਼ਿਫਟ ਕਿਉਂ, ਲੈਂਬਡਾ ਅਤੇ ਫ੍ਰੀਕੁਐਂਸੀ ਇੱਕ ਦੂਜੇ ਦੇ ਉਲਟ ਨੇ। ਠੀਕ ਹੈ, ਜਿਹੜੀ ਲਾਈਟ ਦੀ ਫ੍ਰੀਕੁਐਂਸੀ ਜ਼ਿਆਦਾ ਹੈ ਉਹਦੀ ਵੇਵਲੈਂਥ ਘੱਟ ਹੈ, ਜਿਵੇਂ ਬਲੂ ਲਾਈਟ ਹੈ ਉਹਦੀ ਫ੍ਰੀਕੁਐਂਸੀ ਜ਼ਿਆਦਾ ਹੈ, ਵੇਵਲੈਂਥ ਘੱਟ ਹੈ। ਰੈੱਡ ਕਲਰ ਦੀ ਵੇਵਲੈਂਥ ਜ਼ਿਆਦਾ ਹੈ ਅਤੇ ਫ੍ਰੀਕੁਐਂਸੀ ਘੱਟ ਹੈ। ਵਿਬਗਿਓਰ ਦਾ ਫਾਰਮੂਲਾ ਤੁਹਾਨੂੰ ਯਾਦ ਹੋਊਗਾ, ਵਿਬਗਿਓਰ। ਠੀਕ ਹੈ, ਤਾਂ ਬਲੂ ਸ਼ਿਫਟ ਦਾ ਮਤਲਬ ਕੀ ਹੈ ਕਿ ਵੱਧ ਫ੍ਰੀਕੁਐਂਸੀ ਤੋਂ ਘੱਟ ਵੇਵਲੈਂਥ, ਜਿਹਦੀ ਫ੍ਰੀਕੁਐਂਸੀ ਵੱਧ ਹੈ ਘੱਟ ਵੇਵਲੈਂਥ ਹੈ ਬਲੂ ਸ਼ਿਫਟ। ਜੇ ਦੂਰ ਜਾ ਰਹੇ ਹੋਣ ਤਾਂ ਡੈਲਟਾ ਨਿਊ ਘਟਦੀ ਨਜ਼ਰ ਆਉਂਦੀ, ਨੈਗੇਟਿਵ ਹੁੰਦੀ ਹੈ, ਐਪਰੈਂਟ ਫ੍ਰੀਕੁਐਂਸੀ ਘਟਦੀ ਹੈ ਅਤੇ ਵੇਵਲੈਂਥ ਵੱਧਦੀ ਹੈ, ਇਹਨੂੰ ਆਪਾਂ ਬੋਲਾਂਗੇ ਰੈੱਡ ਸ਼ਿਫਟ। ਨੋਟ ਦੈਟ ਦਾ ਕਰੈਕਟ ਟ੍ਰੀਟਮੈਂਟ ਆਫ ਡੋਪਲਰ ਪ੍ਰਿੰਸੀਪਲ ਨੀਡ ਟੂ ਐਪਲੀਕੇਸ਼ਨ ਆਫ ਸਪੈਸ਼ਲ ਥਿਊਰੀ ਆਫ ਰੈਲੇਟਿਵਿਟੀ ਵੀ ਆਪਾਂ ਨੂੰ ਥੋੜ੍ਹੀ ਜਿਹੀ ਲਗਾਉਣੀ ਪੈਂਦੀ ਇਹਦੇ ਨਾਲ, ਜਿਹਦੇ ਨਾਲ ਇਕੁਏਸ਼ਨ ਥੋੜ੍ਹੀ ਮੋਡੀਫਾਈ ਹੋ ਜਾਂਦੀ ਹੈ। ਤਾਂ ਇਕੁਏਸ਼ਨ ਸਾਡੇ ਕੋਲ ਆ ਬਣ ਜਾਂਦੀ ਹੈ, ਉਹਨੂੰ ਇੱਕ ਇਕੁਏਸ਼ਨ ਆਫ ਰੈਲੇਟਿਵਿਟੀ ਜਿਹੜੀ ਹੈਗੀ ਹੈ, ਥਿਊਰੀ ਆਫ ਰੈਲੇਟਿਵਿਟੀ ਆਈਨਸਟਾਈਨ ਦੀ ਥਿਊਰੀ ਹੈ, ਉਹਦੇ ਨਾਲ ਇਹ ਰਿਲੇਸ਼ਨ ਮੋਡੀਫਾਈ ਹੋ ਕੇ ਆ ਬਣ ਜਾਂਦੀ ਹੈ ਆਪਣੇ ਕੋਲ। ਪਰ ਆਪਾਂ ਨੂੰ ਇੰਨੀ ਜ਼ਿਆਦਾ ਇਹਦੇ 'ਚ ਡਿਟੇਲ 'ਚ ਨਹੀਂ ਜਾਣਾ ਹੈਗਾ। ਹੁਣ ਡੋਪਲਰ ਇਫੈਕਟ ਇਨ ਲਾਈਟ ਇਜ਼ ਸਿਮੈਟ੍ਰੀਕਲ ਬਟ ਦ ਸੇਮ ਇਫੈਕਟ ਇਨ ਦ ਸਾਊਂਡ ਇਜ਼ ਏਸਿਮੈਟ੍ਰੀਕਲ। ਕੀ ਮਤਲਬ ਹੈ ਇਹਦਾ? Doppler effect in sound is asymmetrical because a source of sound moving through a material medium in which the listener is at rest is physically in a different situation from that of the listener moving through the medium when the source is at rest. In case of light wave, it is not possible to identify a medium relative to which the source of light or observer is moving. Therefore, source moving toward the observer and observer moving toward the source is physical identical situation. ਹੁਣ ਯਾਦ ਕਰੋ ਤੁਸੀਂ ਜਦੋਂ ਆਪਾਂ ਨੇ +1 ਪੜ੍ਹੀ ਸੀ ਉਹਦੇ 'ਚ ਆਪਣੇ ਡੋਪਲਰ ਇਫੈਕਟ ਸਾਇੰਸ ਵਾਲਾ ਪੜ੍ਹਿਆ, ਸਾਊਂਡ ਵਾਲਾ ਪੜ੍ਹਿਆ ਸੀ। ਜੇਕਰ ਸੋਰਸ ਸਾਊਂਡ ਵੱਲ ਜਾ ਰਿਹਾ ਹੈ, ਜਿਹੜਾ ਹੈਗਾ ਆਪਣੇ ਕੋਲੇ ਅਬਜ਼ਰਵਰ ਵੱਲ ਜਾ ਰਿਹਾ ਹੈ, ਅਤੇ ਜਾਂ ਅਬਜ਼ਰਵਰ ਜਾ ਰਿਹਾ ਸੋਰਸ ਵੱਲ, ਜਦੋਂ ਆਪਾਂ ਦੋਨੇ ਵਾਰੀ ਆਪਾਂ ਕੱਢਦੇ ਹਾਂ ਰੈਲੇਟਿਵ ਕੀ ਕਹਿੰਦੇ ਉਹਨੂੰ, ਰੈਲੇਟਿਵ ਫ੍ਰੀਕੁਐਂਸੀ, ਚੇਂਜ ਇਨ ਫ੍ਰੀਕੁਐਂਸੀ ਜਦੋਂ ਆਪਾਂ ਕੱਢਦੇ ਹਾਂ, ਐਪਰੈਂਟ ਫ੍ਰੀਕੁਐਂਸੀ ਕੱਢਦੇ ਹਾਂ ਤਾਂ ਅਲੱਗ-ਅਲੱਗ ਆਈ ਸੀ ਉਹ। ਮਤਲਬ ਜੇ ਸੋਰਸ ਰੈਸਟ 'ਚ ਹੈ ਅਤੇ ਅਬਜ਼ਰਵਰ ਮੂਵ ਕਰ ਰਿਹਾ ਤਾਂ ਆਨਸਰ ਕੁਛ ਹੋਰ ਆਉਂਦਾ, ਜੇ ਅਬਜ਼ਰਵਰ ਰੈਸਟ 'ਚ ਹੈ ਸੋਰਸ ਮੂਵ ਕਰ ਰਿਹਾ ਤਾਂ ਆਨਸਰ ਕੁਛ ਹੋਰ ਆਉਂਦਾ। ਪਰ ਲਾਈਟ ਦੇ ਕੇਸ ਇਸ ਤਰ੍ਹਾਂ ਨਹੀਂ, ਚਾਹੇ ਸੋਰਸ ਮੂਵ ਕਰੇ ਚਾਹੇ ਕਰੇ ਅਬਜ਼ਰਵਰ ਮੂਵ, ਦੋਨੇ ਵਾਰੀ ਜਿਹੜਾ ਚੇਂਜ ਆਉਂਦਾ ਐਪਰੈਂਟ ਫ੍ਰੀਕੁਐਂਸੀ 'ਚ ਉਹ ਸੇਮ ਆਉਂਦਾ। ਤਾਂ ਇਸੇ ਕਰਕੇ ਬੋਲ ਰਹੇ ਕਿ ਡੋਪਲਰ ਇਫੈਕਟ ਇਨ ਸਾਊਂਡ ਜਿਹੜਾ ਹੈਗਾ ਉਹ ਸਿਮੈਟ੍ਰੀਕਲ ਹੈ, ਏਸਿਮੈਟ੍ਰੀਕਲ ਹੈ, ਜੋ ਲਾਈਟ ਦੇ ਵਿੱਚ ਉਹ ਸਿਮੈਟ੍ਰੀਕਲ ਹੈ। ਠੀਕ ਹੈ, ਐਪਲੀਕੇਸ਼ਨ ਆਫ ਦਾ ਡੋਪਲਰ ਇਫੈਕਟ ਇਨ ਦਾ ਲਾਈਟ। ਹੁਣ ਇਹਦਾ ਫਾਇਦਾ ਕੀ ਹੈ? ਮੈਜ਼ਰਿੰਗ ਦਾ ਸਪੀਡ ਆਫ ਸਟਾਰ ਐਂਡ ਸਪੀਡ ਆਫ ਗਲੈਕਸੀਜ਼। ਇਹਦੇ ਨਾਲ ਅਸੀਂ ਸਪੀਡ ਆਫ ਸਟਾਰ ਅਤੇ ਗਲੈਕਸੀ ਨੂੰ ਮੈਜ਼ਰ ਕਰਦੇ ਹਾਂ, ਕਿਉਂਕਿ ਜਦੋਂ ਉਹ ਮੂਵ ਕਰ ਰਹੇ ਨੇ, ਅਸੀਂ ਪੜ੍ਹਿਆ ਇਹ ਯੂਨੀਵਰਸਲ ਥਿਊਰੀ 'ਚ ਕਿ ਲਗਾਤਾਰ ਮੂਵ ਕਰਦੇ ਨੇ ਇਹ, ਅਤੇ ਜਦ ਲਗਾਤਾਰ ਮੂਵ ਕਰਦੇ ਨੇ ਤਾਂ ਐਪਰੈਂਟ ਫ੍ਰੀਕੁਐਂਸੀ ਦੇ ਵਿੱਚ ਚੇਂਜ ਆਉਂਦਾ, ਤਾਂ ਆਪਾਂ ਚੇਂਜ ਨੂੰ ਮੈਜ਼ਰ ਕਰਕੇ ਪਤਾ ਲਾਉਂਦੇ ਵੀ ਕਿੰਨੀ ਸਪੀਡ ਨਾਲ ਜਾ ਰਹੇ ਨੇ। ਮੈਜ਼ਰਿੰਗ ਦਾ ਸਪੀਡ ਆਫ ਰੋਟੇਸ਼ਨ ਆਫ ਅਰਥ, ਸਨ ਦੀ ਰੋਟੇਸ਼ਨ ਆਪਾਂ ਮੈਜ਼ਰ ਕਰਨੇ ਵਿੱਚ ਇਜ਼ ਅਬਾਊਟ 2 ਕਿਲੋਮੀਟਰ ਪਰ ਸੈਕਿੰਡ ਅਬਾਊਟ ਇਟਸ ਔਨ ਐਕਸਿਸ, ਮਤਲਬ 1 ਸਕਿੰਟ 'ਚ 2 ਕਿਲੋਮੀਟਰ ਦੀ ਸਪੀਡ ਨਾਲ ਘੁੰਮ ਰਿਹਾ ਆਪਣੀ ਐਕਸਿਸ 'ਤੇ। ਮੈਜ਼ਰਮੈਂਟ ਆਫ ਦਾ ਪਲਾਜ਼ਮਾ ਟੈਂਪਰੇਚਰ ਇਨ ਦਾ ਥਰਮੋਨਿਊਕਲੀਅਰ ਰਿਐਕਸ਼ਨ, ਕਿ ਟੈਂਪਰੇਚਰ ਕਿੰਨਾ ਹੈ ਚੇਂਜ ਹੋ ਰਿਹਾ ਪਲਾਜ਼ਮਾ ਦਾ। ਐਸਟੀਮੇਟ ਆਫ ਦਾ ਵੈਲੋਸਿਟੀ ਆਫ ਐਰੋਪਲੇਨ, ਰੋਕਟ, ਸਬਮਰੀਨ ਕਿੰਨੀ ਵੈਲੋਸਿਟੀ ਨਾਲ ਚੱਲ ਰਹੇ ਨੇ। ਐਸਟੀਮੇਟ ਆਫ ਦਾ ਵੈਲੋਸਿਟੀ ਆਫ ਦਾ ਸੈਟੇਲਾਈਟ ਦੀ ਕਿੰਨੀ ਵੈਲੋਸਿਟੀ ਹੈ ਉੱਪਰ। ਜਾਂ ਤੁਹਾਨੂੰ ਦੱਸਿਆ ਮੈਨੇ ਸਪੀਡ ਆਫ ਦਾ ਜਿਹੜੇ ਵਹੀਕਲ ਚੱਲਦੇ ਨੇ ਰੋਡ ਦੇ ਉੱਪਰ ਚਲਾਨ ਕੱਟਣ ਵਾਸਤੇ, ਜਿਹੜੇ ਓਵਰ ਸਪੀਡਿੰਗ ਕਰਦੇ ਨੇ, ਉਹਨਾਂ ਦੀ ਵੈਲੋਸਿਟੀ ਪਤਾ ਕਰਨ ਵਾਸਤੇ ਵੀ ਆਪਾਂ ਇਹਨੂੰ ਵਰਤ ਸਕਦੇ ਹਾਂ। ਠੀਕ ਹੈ ਜੀ, ਤਾਂ ਅੱਜ ਵਾਸਤੇ ਇੰਨਾ ਬਹੁਤ ਹੈ, ਬਾਕੀ ਜਿਹੜਾ ਹੈਗਾ ਆਪਾਂ ਕੱਲ੍ਹ ਦੇ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ।